7 ਸਾਲ ਤੋਂ ਇਹ ਸੈਂਟਰ 'ਚ ਵੀ ਤੇ ਹਰਿਆਣੇ 'ਚ ਵੀ ਰਾਜ ਕਰਦੇ ਆਏ ਆ। 2-3 ਦਿਨਾਂ ਤੋਂ SYL 'ਚ ਬੜਾ ਪਾਣੀ ਇਹਨਾਂ ਛੱਡਣ ਦੀ ਕੋਸ਼ਿਸ਼ ਕੀਤੀ। ਕੱਲ ਦਾ ਜਿਹੜਾ ਇਹਨਾਂ ਦਾ ਡਰਾਮਾ ਹੈ ਉਹ ਹੋ ਗਿਆ ਫੇਲ। ਉਹ ਸਿਰਫ ਇਹ ਸੰਘਰਸ਼ ਨੂੰ ਤਾਰ-ਬੀੜੋ ਕਰਦਾ। ਇੱਕ ਸਭ ਤੋਂ ਵੱਡੀ ਹੈਰਾਨੀ ਦੀ ਗੱਲ, ਇੱਕ ਵੀ ਕਿਸਾਨ ਨੇਤਾ ਉੱਥੇ, ਕਿਸਾਨ ਉੱਥੇ ਕੋਈ ਨਹੀਂ ਸੀਗਾ। ਪਰਸਨਲੀ ਦੱਸੋ ਵੀ ਤੁਹਾਨੂੰ ਕੋਈ ਇਹੋ ਜਿਹਾ ਸ਼ਰਾਰਤੀ ਅਨਸਰ ਇੱਥੇ ਮਿਲਿਆ ਜਿਹੜਾ ਸਰਕਾਰ ਇਲਜ਼ਾਮ ਲਾਉਂਦੀ ਜਾਂ ਮੀਡੀਆ? लेकिन हमारे कैंप में आज तक एक पिया हुआ सिख नहीं आया है दिन में। ਤੁਸੀਂ ਦੇਖੋ ਜਿੰਨੇ ਇਹਨਾਂ ਨੇ ਸੈਲੋ ਉਹ ਬਣਾਏ ਨੇ, ਗਡਾਊਨ ਬਣਾਏ ਨੇ, ਸਭ ਬਾਰਡਰ ਦੇ ਨੇੜੇ ਤੇੜੇ ਬਣਾਏ ਨੇ। ਮੇਰਾ ਸਵਾਲ ਇਹ ਹੈ ਕਿ ਇਹ ਡੈਮੋਕ੍ਰੈਟਿਕ? ਤੁਸੀਂ ਇਹ ਦੇਖੋ ਤਾਨਾਸ਼ਾਹੀ ਤੋਂ ਵੀ ਅੱਗੇ ਜਾ ਕੇ ਹੈ। कुछ लोग आए वो कह रहे हैं ऐसा लग रहा है यहाँ समाजवाद है। ਕੱਲ ਕੁਦਰਤੀ ਅਸੀਂ ਚਾਰੇ ਸਾਡੂ ਇਕੱਠੇ ਹੋ ਗਏ, ਉਹ ਵੀ ਸਕੇ ਆ ਵੀ ਮੇਰੇ ਸਾਡੂ ਸਭ ਖੜੇ ਆ। ਸਾਡਾ ਨੌਜਵਾਨ ਜਾਗਰੂਕ ਹੋਇਆ ਹੈ ਆਪਦੇ ਹੱਕਾਂ ਪ੍ਰਤੀ, ਆਪਦੇ ਪੰਜਾਬ ਦੇ ਹੱਕਾਂ ਪ੍ਰਤੀ। ਸਤਿ ਸ਼੍ਰੀ ਅਕਾਲ ਜੀ। ਨਗਾਰਾ TV ਕੈਨੇਡਾ ਦੀ ਦੇਸ਼ ਵਿਦੇਸ਼ ਵਿੱਚ ਵੇਖ ਰਹੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਿੰਘੂ ਬਾਰਡਰ ਦੇ ਉੱਪਰ ਜਿਹਨੂੰ ਕਿ ਹੁਣ ਸਿੰਘ ਬਾਰਡਰ ਵੀ ਕਿਹਾ ਜਾਣ ਲੱਗ ਪਿਆ, ਤੇ ਬਹੁਤ ਪਿਆਰੇ ਵੀਰ ਤੇ ਜਾਣੇ ਪਛਾਣੇ ਚਿਹਰੇ ਜਿਨ੍ਹਾਂ ਤੋਂ ਤੁਸੀਂ ਬਖੂਬੀ ਵਾਕਫ ਹੋ, ਉਹ ਫਿਰ ਮਿਲ ਗਏ। ਤੇ ਮੈਂ ਚਲੋ ਅੱਜ ਦੋ ਗੱਲਾਂ ਦੋ ਹੱਥ ਇਹਨਾਂ ਨਾਲ ਵੀ ਕਰ ਲਈਏ। ਸਰਦਾਰ ਜੋਗਾ ਸਿੰਘ ਜੀ ਚੱਪੜ, ਰਛਪਾਲ ਸਿੰਘ ਜੀ ਜੋੜਾ ਮਾਜਰਾ ਤੇ सुनील ना मध्य प्रदेश से। मध्य प्रदेश सॉरी मैं बोल गया था। तो जोगा वीर जी ਨੂੰ ਪਹਿਲਾ ਸਵਾਲ ਮੈਂ ਕਰਦਾ ਹਾਂ, ਜਿਵੇਂ ਕਿ ਉਹ ਆਪਾਂ ਕਹਿੰਦੇ ਆ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ। ਅਸੀਂ ਸਾਰੇ ਕਹੀ ਜਾਂਦੇ ਵੀ 6 ਮਹੀਨੇ ਲੱਗ ਜਾਣਗੇ, 6 ਮਹੀਨੇ ਲੱਗ ਜਾਣਗੇ। ਮਾਮਲਾ ਉਧਰ ਨੂੰ ਵਧਣ ਲੱਗ ਪਿਆ, ਪਰ ਮੈਂ ਵੇਖਣ ਡਿਆ ਵੀ ਜੋਸ਼ ਖਰੋਚ 'ਚ ਵੀ ਕੋਈ ਕਮੀ ਨਹੀਂ ਹੈਗੀ। ਤੁਸੀਂ ਕਿਸ ਰੂਪ 'ਚ ਵੇਖਣ ਡਏ ਹੁਣ ਇਸ ਮੋਰਚੇ? ਦੇਖੋ ਅਸੀਂ ਇਹ ਰੂਪ ਇਹ ਦੇਖਦੇ ਹਾਂ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹਮੇਸ਼ਾ ਜਿੱਤ ਵੱਲ ਨੂੰ ਤੋਰਿਆ ਹੈ, ਔਰ ਜਿਹੜੀ ਪੰਜਾਬ ਦੇ ਵਿੱਚੋਂ ਮੂਵਮੈਂਟ ਉੱਠੀ ਹੈ ਉਹ ਮੂਵਮੈਂਟ ਨੇ ਹਮੇਸ਼ਾ ਜਿੱਤਾਂ ਨੂੰ ਸਰ ਕੀਤਾ ਹੈ। ਕੱਲ੍ਹ ਹੀ ਗੁਰੂ ਤੇਗ ਬਹਾਦਰ ਜੀ ਦਾ ਦਿਵਸ ਲੰਘ ਕੇ ਗਿਆ ਤੇ ਉਹਨਾਂ ਨੇ ਵੀ ਜਿਹੜੀ ਆਪਣੀ ਕੁਰਬਾਨੀ ਦਿੱਤੀ ਹੈ ਉਹ ਆਪਣੇ ਲਈ ਨਹੀਂ, ਉਹ ਦੂਜਿਆਂ ਲਈ ਦਿੱਤੀ ਹੈ। ਸੋ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜੀ ਇਹ ਵੀ ਪੰਜਾਬ ਦੇ ਵਿੱਚੋਂ ਮੁਹਿੰਮ ਖੜੀ ਹੋਈ ਹੈ, ਇਹ ਇਕੱਲੇ ਪੰਜਾਬ ਦਾ ਮਸਲਾ ਨਹੀਂ ਹੈ, ਇਹ ਪੂਰੇ ਭਾਰਤ ਦਾ, ਪੂਰੇ ਭਾਰਤ ਦੇ ਕਿਸਾਨਾਂ ਦਾ ਮਸਲਾ ਸੀ। ਸੋ ਇਸ ਕਰਕੇ ਜਿਹੜੀ ਇਹ ਜਿੱਤ ਵੱਲ ਵੀ ਵੱਧ ਰਹੇ ਹਾਂ ਅਸੀਂ, ਤਾਂ ਇਹਦੇ ਪਿੱਛੇ ਇਹੀ ਕਾਰਨ ਹੈ ਕਿ ਪੰਜਾਬੀਆਂ ਨੇ ਜਿਹੜਾ ਹੌਸਲਾ ਕਰਕੇ ਉਹ ਤੋਂ ਬਾਅਦ ਹਰਿਆਣਾ ਖੜਾ ਹੋਇਆ, ਹੁਣ ਯੂਪੀ, ਬਿਹਾਰ, ਹੁਣ ਸਾਰੀਆਂ ਸਟੇਟਾਂ ਖੜੀਆਂ ਹੋਈਆਂ ਤੇ ਮੱਧ ਪ੍ਰਦੇਸ਼, ਡਾਕਟਰ ਸਾਹਿਬ ਨਹੀਂ ਸਾਰੇ। ਸੋ ਇਸ ਕਰਕੇ ਪੰਜਾਬ 'ਚ ਉੱਠੀ ਹੋਈ ਹਰ ਮੁਹਿੰਮ ਜਿਹੜੀ ਜਿੱਤ ਵੱਲ ਵੱਧਦੀ ਹੈ, ਉਹਦਾ ਕਾਰਨ ਹੈ ਕਿ ਪੰਜਾਬੀ ਜਿਹੜੀ ਗੱਲ ਕਰਦੇ ਆ ਉਹ ਦਿਲੋਂ ਕਰਦੇ ਆ, ਮਨੋਂ ਕਰਦੇ ਆ। ਸੋ ਇਹ ਜਿਹੜੀ ਮੁਹਿੰਮ ਹੈ ਪੰਜਾਬੀਆਂ ਨੇ ਖੜੀ ਕੀਤੀ ਅੱਜ ਪੂਰੇ ਭਾਰਤ ਦੀ ਹੈ। ਔਰ ਕਿਸਾਨ ਇੱਕ ਅਜਿਹੀ ਇੰਡਸਟਰੀ ਹੈ ਜਿਹੜੀ ਇੱਕ ਦਾਣਾ ਆਪਣੇ ਖੇਤ ਦੇ ਵਿੱਚ ਬੀਜ ਕੇ ਪੂਰੇ ਭਾਰਤ ਦਾ ਢਿੱਡ ਭਰਦੀ ਹੈ। ਸੋ ਮੋਦੀ ਜੀ ਦਾ ਇਹ ਵੱਡਾ ਹਮਲਾ ਸੀਗਾ ਕਿਸਾਨੀ ਦੇ ਉੱਤੇ ਕਿ ਦੋ ਘਰਾਣਿਆਂ ਨੂੰ, ਅਡਾਨੀ ਤੇ ਅੰਬਾਨੀ ਨੂੰ ਪ੍ਰਫੁੱਲਤ ਕਰਨ ਦੇ ਲਈ ਕਿਸਾਨੀ ਨੂੰ ਬਰਬਾਦ ਕਰ ਰਹੇ ਸੀ। ਸੋ ਆਸ ਹੈ ਕਿ ਉਹ ਸਮਝ ਜਾਣਗੇ ਤੇ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਨਗੇ। ਰਛਪਾਲ ਭਾਜੀ, ਮੈਂ ਅੱਜ ਸਵੇਰੇ ਜੋ ਕਾਰ 'ਚ ਆਉਣ ਡਿਆ ਸੀ ਤੇ ਮੈਂ ਬਿੱਟੂ ਜੀ ਨੂੰ ਸੁਣਿਆ ਜਿਹੜੇ ਜੰਤਰ ਮੰਤਰ 'ਤੇ ਬੈਠੇ ਆ, ਤੇ ਉਹ ਲਾਈਵ ਚੱਲਦਾ ਸੀਗਾ ਕਿਸੇ ਚੈਨਲ ਦੇ ਉੱਪਰ, ਉਹ ਮੈਨੂੰ ਨਾਮ ਭੁੱਲ ਗਿਆ। ਉਹ 'ਚ ਰਵਨੀਤ ਬਿੱਟੂ ਬਹੁਤ ਗਰਮ ਸੀਗੇ, ਉਹਨਾਂ BJP ਲਈ ਬੜਾ ਕੁਝ ਵਰਤਿਆ ਤੇ ਇੱਕ ਵਾਰੀ ਤੋਂ ਮੀਟਿੰਗ ਛੱਡ ਕੇ ਵੀ ਦੌੜ ਗਏ। ਤੇ ਉਹਨਾਂ ਨੇ ਆਖਿਆ ਕਿ ਅਸੀਂ ਹੁਣ ਕਿਹੜੇ ਖੂਹ 'ਚ ਪਈਏ, ਜੇ ਅਸੀਂ ਗੱਲ ਕਰਦੇ ਹਾਂ ਤਾਂ ਉਹ ਨਹੀਂ ਕਰਨ ਦਿੰਦੇ ਵੀ ਸਾਨੂੰ ਪਾਰਟੀਆਂ ਨਹੀਂ ਚਾਹੀਦੀਆਂ, ਜੇ ਨਹੀਂ ਕਰਦੇ ਤੇ ਇਹ ਨਹੀਂ ਜੀਣ ਦਿੰਦੇ, ਇਹ ਸਾਡੇ 'ਤੇ ਦੋਸ਼ ਲਾਉਂਦੇ। ਹੁਣ ਜਿਹੜੀ ਸਿਆਸਤ ਆ, ਸਿਆਸਤਦਾਨਾਂ ਨੂੰ ਵੀ ਮੈਨੂੰ ਲੱਗਦਾ ਕੰਨ ਹੋ ਗਿਆ। ਤੇ ਕੀ ਪੰਜਾਬ ਦੀ ਸਿਆਸਤ ਨੂੰ ਤੁਸੀਂ ਨਵੇਂ ਰੁੱਖ 'ਚ ਦੇਖਦੇ ਹੋ? ਬਿਲਕੁਲ ਜੀ। ਦੇਖੋ ਜਿੱਥੋਂ ਤੱਕ ਪਾਰਟੀਆਂ ਦੀ ਗੱਲ ਹੈ ਨਾ, ਕਿਸਾਨ ਜਥੇਬੰਦੀਆਂ ਦਾ ਇੱਕ ਨਾਅਰਾ ਹੈ, ਇੱਕ ਹੁੱਕ ਹੈ ਵੀ ਤੁਸੀਂ ਆਪਣੇ ਝੰਡੇ ਡਾਊਨ ਕਰਕੇ ਕਿਸਾਨ ਯੂਨੀਅਨ ਦੇ ਝੰਡੇ ਥੱਲੇ ਆ ਕੇ ਤੁਸੀਂ ਕੋਈ ਗੱਲ ਕਰਦੇ ਹੋ, ਤੁਹਾਡਾ ਵੈਲਕਮ ਹੈ। ਜਦੋਂ ਕੋਈ ਬੰਦਾ ਆਪਣੀ ਪਾਰਟੀ ਦੀ ਉਹ ਕਰਦਾ, ਪ੍ਰਮੋਸ਼ਨ ਕਰਦਾ ਹੈ, ਉਹ ਮਾੜੀ ਗੱਲ ਹੈ। ਤੁਸੀਂ ਦੇਖਿਆ ਪਹਿਲਾਂ ਅਕਾਲੀਆਂ ਨੇ, ਕਾਂਗਰਸੀਆਂ ਨੇ ਟਰੈਕਟਰਾਂ 'ਤੇ ਰੈਲੀਆਂ ਕੀਤੀਆਂ ਜਿਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਹੁਣ ਪੰਜਾਬ ਸਰਕਾਰ ਨੇ ਇਹਨਾਂ ਆਰਡੀਨੈਂਸਾਂ ਦੇ ਖਿਲਾਫ ਮਤੇ ਲਿਆਂਦੇ, ਕਿਸਾਨ ਯੂਨੀਅਨ ਨੇ ਸਮਰਥਨ ਕੀਤਾ। ਉਹਨਾਂ ਦੇ ਕਹਿਣ 'ਤੇ ਰੇਲਾਂ ਦੇ ਜਿਹੜੇ ਉਹ ਸੀਗੇ ਟਰੈਕ ਸੀਗੇ ਉਹ ਵੀ ਖਾਲੀ ਕੀਤੇ, ਕਿਉਂਕਿ ਜੇ ਉਹਨਾਂ ਨੂੰ ਕੁਝ ਚੰਗਾ ਕੀਤਾ ਉਹਦੇ ਕਹੇ ਵੀ ਸਰਕਾਰ ਦੇ ਫਿਰ ਕਿਸਾਨ ਲੱਗੇ। ਠੀਕ ਹੈ, ਸਭ ਨੂੰ ਇਸ ਗੱਲ ਦੀ ਤਕਲੀਫ ਹੈ। ਰਵਨੀਤ ਬਿੱਟੂ ਹੋਰੀ ਵੀ ਕਿਸਾਨ ਨੇ, ਪਿਛੋਕੜ ਉਹਨਾਂ ਦਾ ਕਿਸਾਨੀ ਦਾ, ਉਹ ਹੋ ਸਕਦਾ ਸੱਚੇ ਦਿਲੋਂ ਲੱਗੇ ਹੋਣ, ਪਰ ਉਹਨਾਂ ਨੂੰ ਇਹ ਵੀ ਗੱਲ ਮੰਨਣੀ ਚਾਹੀਦੀ ਹੈ ਨਾ ਕਿਸਾਨਾਂ ਦਾ। ਹੁਣ ਜਿੰਨੇ ਵੀ ਹੋਰ ਪੋਲੀਟੀਕਲ ਪਾਰਟੀਆਂ ਨੇ, ਅੱਜ ਮੈਂ ਦੇਖ ਰਿਹਾ ਸੀ ਹਰਿਆਣੇ ਤੋਂ ਇੱਕ ਐਸੋਸੀਏਸ਼ਨ ਬਣ ਕੇ ਆਈ ਹੈ ਸਾਬਕਾ MLA ਦੀ, ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਸਾਬਕਾ MLA ਆਪਦੇ ਝੰਡੇ ਡਾਊਨ ਕਰਕੇ ਕਿਸਾਨ ਯੂਨੀਅਨ ਦੇ ਥੱਲੇ ਆ ਕੇ ਉਹਨਾਂ ਨੇ ਇੱਥੇ ਹਾਜ਼ਰੀ ਲਵਾਈ ਹੈ। ਅੱਜ
ਉਹਦੇ ਵਿੱਚ ਦਿੱਲੂ ਰਾਮ ਜੀ ਹੋਰੀ ਸਾਰਾ ਮੈਂ ਕਈਆਂ ਨੂੰ ਕਾਂਗਰਸੀਆਂ ਨੂੰ ਜਾਣਦਾ ਸੀਗਾ, ਕਈ ਲੋਕ ਦਲ ਦੇ ਸੀ, ਕਈ ਹੋਰ ਪਾਰਟੀਆਂ ਦੇ ਸੀ, ਸਾਬਕਾ ਐਮਐਲਏ ਸੀ, ਪਾਰਟੀ ਕੋਈ ਵੀ ਹੋਵੇ ਉਹਨਾਂ ਨੇ ਆ ਕੇ ਸਮਰਥਨ ਦਿੱਤਾ ਹੈ। ਇਸ ਤਰ੍ਹਾਂ ਸਾਰੇ ਸਮਰਥਨ ਕਰ ਸਕਦੇ ਨੇ। ਦੂਸਰੀ ਗੱਲ ਜਿਹੜੀ ਤੁਸੀਂ ਭਵਿੱਖ ਦੀ ਗੱਲ ਕੀਤੀ, ਨੋ ਡਾਊਟ ਅੱਜ ਜਿੰਨਾ ਇਹ ਸੰਘਰਸ਼ ਦੇ ਵਿੱਚ ਸਾਡਾ ਨੌਜਵਾਨ ਜਾਗਰੂਕ ਹੋਇਆ ਹੈ ਆਪਦੇ ਹੱਕਾਂ ਪ੍ਰਤੀ, ਆਪਦੇ ਪੰਜਾਬ ਦੇ ਹੱਕਾਂ ਪ੍ਰਤੀ, ਮੈਨੂੰ ਇਹ ਪੱਕੀ ਵਿਸ਼ਵਾਸ ਹੈ ਵੀ ਇਹਦੇ ਵਿੱਚੋਂ ਕੁਛ ਨਾ ਕੁਛ ਬਹੁਤ ਚੰਗਾ ਨਿਕਲ ਕੇ ਸਾਹਮਣੇ ਆਊਗਾ। ਕਮ ਸੇ ਕਮ ਜੇ ਹੋਰ ਨਹੀਂ ਵਧੀਆ ਬੰਦੇ ਦੀ ਚੋਣ ਤਾਂ ਕਰਨਗੇ। ਜਿਹੜੇ ਗੇਮ ਚੱਲਦੀ ਸੀ ਉੱਤਰ ਕਾਟੋ ਮੈਂ ਚੜਾਂ ਖੱਬਾ ਕਦੇ ਸੱਜਾ, ਉਹਦਾ ਬਦਲਾਅ ਦੀ ਆਸ ਰੱਖਦੇ ਹੋ? ਦੋ ਚੀਜ਼ਾਂ ਦੀ ਖਾਤਮਾ ਹੋ ਜਾਣਾ ਹੈ। ਇੱਕ ਤਾਂ ਜਿਹੜੀ ਤੁਸੀਂ ਕਿਹਾ ਬਖੂਬੀ ਉੱਤਰ ਕਾਟੋ ਮੈਂ ਚੜਾਂ, ਤੇ ਦੂਜਾ ਜਿਹੜਾ ਸੀ ਨਾ ਵੀ ਇੱਕ ਪੱਕੇ ਮੇਰੇ ਬਾਪ ਦਾਦੇ ਦੀ ਪਾਰਟੀ ਹੈ ਮੈਂ ਪੱਕਾ ਹਾਂ, ਉਹ ਸਾਰਾ ਖਤਮ ਹੋ ਜਾਣਾ ਹੈ। ਲੋਕਾਂ ਨੇ ਇਸ ਵਾਰ ਸੋਚ ਸਮਝ ਕੇ ਉਸ ਵਿਅਕਤੀ ਨੂੰ ਵੋਟ ਦੇਣੀ ਹੈ ਜਿਹੜੇ ਵਿਅਕਤੀ ਨੇ ਕਿਸਾਨਾਂ ਦੀ ਖਾਤਰ ਕੁਝ ਕੀਤਾ ਹੈ, ਜਿਹੜੇ ਵਿਅਕਤੀ 'ਚ ਉਹਨਾਂ ਨੂੰ ਕੋਈ ਝਲਕ ਦਿਖਦੀ ਹੈ ਵੀ ਅੱਗੇ ਵਾਸਤੇ ਪੰਜਾਬ ਦੀ ਖਾਤਰ ਖਾਸ ਕਰਕੇ ਪੰਜਾਬ ਦੀ ਲੜਾਈ ਲੜ ਸਕਦਾ ਹੈ। ਇਹ ਮੇਰਾ ਮੰਨਣਾ ਹੈ। ਜੋਗਾ ਸਿੰਘ ਭਾਜੀ 7 ਸਾਲ ਤੋਂ ਇਹ ਸੈਂਟਰ 'ਚ ਵੀ ਤੇ ਹਰਿਆਣੇ 'ਚ ਵੀ ਰਾਜ ਕਰਦੇ ਆਏ ਆ। 2-3 ਦਿਨਾਂ ਤੋਂ SYL 'ਚ ਬੜਾ ਪਾਣੀ ਇਹਨਾਂ ਛੱਡਣ ਦੀ ਕੋਸ਼ਿਸ਼ ਕੀਤੀ ਆ, ਤੇ ਇਹਦੇ ਇੱਥੇ ਕੀ ਕਹੋਗੇ? ਨਹੀਂ, ਜਦੋਂ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਸੀਗੀ ਉਦੋਂ ਅਕਾਲੀ ਦਲ ਦੇ ਨਾਲ ਉਦੋਂ SYL ਦੀ ਪ੍ਰੋਬਲਮ ਨਹੀਂ ਕੋਈ ਆਈ, ਤੇ ਹੁਣ ਹਰਿਆਣੇ ਦੇ ਵਿੱਚ ਇਹਨਾਂ ਦੀ ਸਰਕਾਰ ਹੈ। ਅੱਜ ਜਦੋਂ ਇਹ ਐਜੀਟੇਸ਼ਨ ਸ਼ੁਰੂ ਹੋਈ ਹੈ, ਇਹ ਤੋਂ ਪਹਿਲਾਂ ਕੋਈ ਪ੍ਰੋਬਲਮ ਨਹੀਂ ਆਈ, ਤੇ ਅੱਜ ਜਦੋਂ ਇਹ ਐਜੀਟੇਸ਼ਨ ਸ਼ੁਰੂ ਹੋ ਗਈ ਤਾਂ ਅੱਜ ਕਿਉਂ ਪ੍ਰੋਬਲਮ ਆ ਗਈ? ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ। ਇੱਥੇ ਕੱਲ੍ਹ ਅਸੀਂ ਤਕਰੀਬਨ ਇਹ ਸੇਵਾ ਤਾਂ 1 ਤਰੀਕ ਤੋਂ ਸ਼ੁਰੂ ਹੋ ਰਹੀ ਹੈ। ਕੱਲ੍ਹ ਕੁਦਰਤੀ ਅਸੀਂ 4 ਸਾਧੂ ਇਕੱਠੇ ਹੋ ਗਏ, ਉਹ ਵੀ ਸਕੇ, ਆ ਵੀ ਮੇਰੇ ਸਾਧੂ ਸਾਹਿਬ ਖੜੇ ਆ। ਉਹ ਮੈਨੂੰ ਕੱਲ੍ਹ ਪੱਤਰਕਾਰ ਭਾਈਚਾਰਾ ਪੁੱਛਣ ਲੱਗਿਆ, ਕਹਿੰਦੇ ਜੀ 4 ਸਾਧੂ ਉਹ ਵੀ ਸਕੇ। ਮੈਂ ਕਿਹਾ ਜੀ ਅਸੀਂ ਤਾਂ ਇੱਕ ਉਹਨਾਂ ਦੇ ਸਾਡੇ ਹਰਿਆਣੇ ਤੋਂ ਆ ਮੇਰੇ ਸਾਧੂ ਸਾਹਿਬ। ਉਹ ਮੈਂ ਕਿਹਾ ਵੀ ਚਲੋ ਰਿਸ਼ਤੇਦਾਰੀਆਂ ਦਾ ਤਾਂ ਵੱਖਰਾ ਮਸਲਾ ਹੈ, ਪਰ ਦੇਖੋ ਆਪਾਂ ਇਹ ਜੇ ਰਿਸ਼ਤੇਦਾਰੀ ਪਹਿਲਾਂ ਵੀ ਹਰਿਆਣਾ ਪੰਜਾਬ ਵਰਤਦੇ ਆ। ਇਹ ਜਿਹੜਾ SYL ਦਾ ਮੁੱਦਾ ਵੀ ਹੈ ਨਾ ਜੀ, ਇਹਨਾਂ ਪੋਲੀਟੀਕਲ ਪਾਰਟੀਆਂ ਨੇ ਆਪਣੇ ਵੋਟ ਬੈਂਕ ਨੂੰ ਪੱਕਾ ਕਰਨ ਦੇ ਲਈ ਖੜਾ ਕੀਤਾ ਹੋਇਆ ਹੈ। ਮੈਂ ਤੁਹਾਨੂੰ ਇੱਕ ਗੱਲ ਕਹਾਂ, ਜਿਹੜੀ ਆਪਣਾ ਇਹ ਨਰਵਾਣਾ ਬ੍ਰਾਂਚ ਹੈ ਸਾਡੇ ਘਨੌਰ ਨੂੰ ਕਪੂਰੀ ਕੋਲ ਨੂੰ ਜਾ ਰਹੀ ਹੈ, ਜੇਕਰ ਇਹਦੀਆਂ ਬਰਮਾ ਨੂੰ ਦੇਖੋਗੇ ਨਾ ਤੁਸੀਂ, ਜਦੋਂ SYL ਕੱਢੀ ਹੈ ਉਹ ਤੋਂ ਬਾਅਦ ਅੱਜ ਇਹਦੀਆਂ ਬਰਮਾ ਤੇ ਇਹਦੇ ਕੰਢੇ ਆ ਜਿਹੜੇ ਇਹ ਉੱਚੇ ਕੀਤੇ ਹੋਏ ਆ। SYL ਦਾ ਜਿੰਨੇ ਕਿਊਸਕ ਪਾਣੀ ਆਉਣਾ ਸੀ ਉਹ ਤੋਂ 75% ਤਾਂ ਹੁਣ ਵੀ ਹਰਿਆਣੇ ਨੂੰ। ਮੈਂ ਤੁਹਾਡੀ ਗੱਲ ਦੀ ਕਰਦਾ ਤਰਦੀਦ। ਇਹ ਜਿਹੜੀ ਭਾਖੜਾ BML ਆ ਉਹਦੇ ਵੀ ਕੰਢੇ ਉੱਚੇ ਕੀਤੇ ਗਏ ਆ, ਮਤਲਬ ਪਾਣੀ ਤਾਂ ਹੁਣ ਵੀ ਇਹ ਵੱਧ ਦੇ ਰਹੇ ਆ। ਸੋ ਕੱਲ੍ਹ ਦਾ ਜਿਹੜਾ ਇਹਨਾਂ ਦਾ ਡਰਾਮਾ ਹੈ ਉਹ ਹੋ ਗਿਆ ਫੇਲ, ਔਰ ਜਿਹੜਾ ਡਰਾਮਾ ਇਹ ਲਗਾਤਾਰ ਪਿਛਲੇ ਸਮੇਂ ਤੋਂ ਵੋਟਾਂ ਦਾ ਕਰਦੇ ਆ ਰਹੇ ਆ, ਉਸ ਡਰਾਮੇ ਕਰਕੇ ਹੀ ਤਾਂ ਇਹ ਬਿੱਲ ਪਾਸ ਹੋਏ ਆ। ਹੁਣ ਮੈਂ ਇੱਕ ਬੇਨਤੀ ਕਰਾਂ ਕਿ ਜਿਵੇਂ ਜੌੜਾ ਮਾਜਰਾ ਸਾਹਿਬ ਨੇ ਕਿਹਾ, ਤੁਸੀਂ ਸਵਾਲ ਕੀਤਾ ਸੀਗਾ ਰਵਨੀਤ ਬਿੱਟੂ ਵਾਲਾ, ਉਹਦੇ ਸਵਾਲਾਂ ਦਾ ਜਵਾਬ ਦੇਖੋ। ਉਹ ਕਹਿੰਦਾ ਜੀ ਸਾਨੂੰ ਉੱਥੇ ਕਿਸਾਨ ਨਹੀਂ ਵੜਨ ਦਿੰਦੇ, ਅਸੀਂ ਜਾਈਏ ਕਿਹੜੇ ਖੂਹ 'ਚ। ਮਤਲਬ ਉਹਨੂੰ ਇਹ ਚਿੰਤਾ ਨਹੀਂ ਹੈ ਕਿ ਬਿੱਲ ਪਾਸ ਮਾਫ ਹੋਣ ਜਾਂ ਨਾ ਹੋਣ, ਉਹਨੂੰ ਤਾਂ ਇਹ ਚਿੰਤਾ ਹੈ ਵੀ ਅਸੀਂ ਕਿੱਥੇ ਜਾ ਕੇ ਆਪਣੀ ਰਾਜਨੀਤੀ ਕਰਾਂਗੇ। ਰਵਨੀਤ ਬਿੱਟੂ ਨੂੰ ਵੀ ਇਹ ਚਿੰਤਾ ਹੈ। ਸਾਡੇ ਵਿਧਾਇਕ ਹੈ ਘਨੌਰ ਤੋਂ ਮਦਨ ਲਾਲ ਜੀ, ਉਹ ਬਿਆਨ ਦੇਈ ਜਾਂਦੇ ਆ ਕਿ 75% ਸਾਡੇ ਕਾਂਗਰਸੀ ਗਏ ਹੋਏ ਆ। ਜਗੀਰ ਕੌਰ ਕਹਿ ਦਿੰਦੀ ਹੈ ਜੀ ਇਹ ਤਾਂ ਸਾਡੇ ਅਕਾਲੀਆਂ ਦਾ ਪ੍ਰੋਟੈਸਟ ਹੈ। ਮਤਲਬ ਅੱਜ ਵੀ ਉਹ ਕਾਂਗਰਸੀ ਤੇ ਅਕਾਲੀ ਹੀ ਦੱਸਦੇ ਆ ਨਾ ਕਿਸਾਨਾਂ ਨੂੰ। ਕਹਿਣ ਦਾ ਭਾਵ ਹੈ ਉਹ ਕਿਸਾਨਾਂ ਨੂੰ ਕਿਸਾਨ ਨਹੀਂ ਦੱਸ ਰਹੇ, ਉਹ ਆਪਣੀਆਂ ਪਾਰਟੀਆਂ ਨਾਲ ਜੋੜ ਰਹੇ ਆ। ਕਿਤੇ ਨਾ ਕਿਤੇ ਭਰਮ ਭੁਲੇਖੇ ਹੁੰਦੇ ਆ, ਸ਼ਾਇਦ ਉਹ ਹਾਲੇ ਵੀ ਸੋਚਦੇ ਆ ਕਿ ਪਿੰਡਾਂ 'ਚ ਅਸੀਂ ਉਹੀ ਦਫਾੜ ਪਾ ਕੇ ਵੋਟਾਂ ਲੈ ਲਾਂਗੇ। SYL ਦਾ ਤੁਸੀਂ ਇੱਕ ਗੱਲ ਦੇਖੋ, BJP ਇੱਕ ਪਾਸੇ ਤਾਂ ਡਾਇਲੌਗ ਦੀ ਗੱਲ ਕਰਦੀ ਹੈ, ਦੂਜੇ ਪਾਸੇ ਘਿਨਾਉਣੀਆਂ ਹਰਕਤਾਂ, ਇਹ ਜਿਹੜਾ ਸੰਘਰਸ਼ ਹੈ ਇਹਨੂੰ ਤਾਰ-ਵੀਡੋ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹ ਜਿਹੜਾ SYL ਦਾ ਮੁੱਦਾ ਹੈ, ਇਹ ਵੀ ਇੱਕ ਇਹੀ ਇਹਨਾਂ ਨੇ ਜਲਦਬਾਜ਼ੀ 'ਚ ਲਿਆ ਫੈਸਲਾ ਤੇ ਹਰਿਆਣੇ ਦੇ ਵਿੱਚ ਉਹ ਕਰਕੇ ਬਹਿ ਗਏ। ਉੱਥੇ ਪੱਤਰਕਾਰਾਂ ਨੂੰ ਪੁੱਛਿਆ ਵੀ ਤੁਹਾਡੀ ਸੈਂਟਰ ਸਰਕਾਰ, ਸੁਪਰੀਮ ਕੋਰਟ ਦਾ ਫੈਸਲਾ ਹੋ ਗਿਆ, ਤੁਹਾਡੀ ਇੱਥੇ ਸਰਕਾਰ, ਤੁਸੀਂ ਚਲਾ ਲਓ ਪਾਣੀ, ਫਿਰ ਘੋਲ ਕਿਸ ਗੱਲ ਦੀ ਹੈ? ਕਿ ਕੈਪਟਨ ਅਮਰਿੰਦਰ ਦਾ ਤਕੜਾ ਹੋ ਗਿਆ ਤੁਹਾਨੂੰ ਸੁਪਰੀਮ ਕੋਰਟ ਦੇ ਉੱਪਰ ਦੀ ਤੇ ਸੈਂਟਰ ਸਰਕਾਰ ਦੇ ਉੱਪਰ ਦੀ ਤੁਹਾਨੂੰ ਪਾਣੀ ਨਹੀਂ ਦੇ ਰਿਹਾ, ਉਹਨਾਂ ਨੂੰ ਕੋਈ ਗੱਲ ਨਹੀਂ ਆਉੜੀ। ਉਹ ਸਿਰਫ ਇਹ ਸੰਘਰਸ਼ ਨੂੰ ਤਾਰ-ਵੀਡੋ ਕਰਦਾ। ਇੱਕ ਸਭ ਤੋਂ ਵੱਡੀ ਹੈਰਾਨੀ ਦੀ ਗੱਲ, ਇੱਕ ਵੀ ਕਿਸਾਨ ਨੇਤਾ ਉੱਥੇ, ਕਿਸਾਨ ਉੱਥੇ ਕੋਈ ਨਹੀਂ ਸੀਗਾ। ਬੀਬੀਆਂ ਇਕੱਠੀਆਂ ਕਰੀਆਂ ਹੋਈਆਂ ਸੀ, ਸੂਟ ਬੂਟ ਵਾਲੇ ਬੰਦੇ ਇਕੱਠੇ ਕਰੇ ਹੋਏ ਸੀ। ਪੱਤਰਕਾਰ ਉਹਨਾਂ ਨੂੰ ਪੁੱਛ ਰਿਹਾ ਸੀ, ਉਹਨਾਂ ਨੂੰ SYL ਦਾ ਮਤਲਬ ਨਹੀਂ ਪਤਾ ਸੀਗਾ। ਉਹ ਇਹ ਗੱਲ ਕਹਿ ਰਹੇ ਸੀ ਸਾਡੇ ਪੀਣ ਵਾਲਾ ਪਾਣੀ ਰੋਕਿਆ ਹੋਇਆ ਜੀ, ਸਾਡੇ ਘਰਾਂ 'ਚ ਪਾਣੀ ਨਹੀਂ ਆਉਂਦਾ। ਸਾਡੀ ਤਰਾਸਦੀ ਜੌੜਾ ਮਾਜਰਾ ਸਾਹਿਬ ਇਹੀ ਆ ਕਿ ਸਾਨੂੰ ਨਹੀਂ ਪਤਾ ਸਾਡੀਆਂ ਪ੍ਰੋਬਲਮਸ ਕੀ ਆ। ਤੇ ਜਿਵੇਂ ਹੁਣ ਸਰਕਾਰ ਇਸ ਅੰਦੋਲਨ ਨੂੰ ਵੀ ਵੱਖਰੇ ਵੱਖਰੇ ਰੂਪ ਦੇ ਕੇ ਵੱਖਰੇ ਵੱਖਰੇ ਤਰੀਕੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਡਈ ਆ, ਪਰ ਲੋਕ ਇੱਥੇ ਅਵੇਅਰ ਆ। ਤੁਸੀਂ ਬੜੇ ਦਿਨਾਂ ਤੋਂ ਸ਼ੁਰੂ ਤੋਂ ਇੱਥੇ ਸ਼ਿਰਕਤ ਕਰਨ ਡਏ ਆ, ਤੁਸੀਂ ਇੱਕ ਜ਼ਿੰਮੇਵਾਰ ਇਨਸਾਨ ਹੋ, ਹੈ ਨਾ, ਤੇ ਵਧੀਆ ਕਿਸਾਨ ਵੀ ਹੋ। ਪਰਸਨਲੀ ਦੱਸੋ ਵੀ ਤੁਹਾਨੂੰ ਕੋਈ ਇਹੋ ਜਿਹਾ ਸ਼ਰਾਰਤੀ ਅਨਸਰ ਇੱਥੇ ਮਿਲਿਆ ਜਿਹੜਾ ਸਰਕਾਰ ਇਲਜ਼ਾਮ ਲਾਉਂਦੀ ਜਾਂ ਮੀਡੀਆ ਕਹਿਣ? ਦੇਖੋ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ। ਮੈਂ ਬੱਸ 'ਚ ਬੈਠਾ ਆ ਰਿਹਾ ਸੀਗਾ,
ਆਪਣਾ ਦਿੱਲੀ DTC ਦੀ ਬੱਸ ਸੀਗੀ, ਉਹਦੇ 'ਚ ਬੈਠਾ ਆ ਰਿਹਾ ਸੀ। ਉਹਦੇ 'ਚ ਸਾਨੂੰ ਤਿੰਨੇ ਜਣਿਆਂ ਨੂੰ ਸਰਦਾਰਾਂ ਨੂੰ ਬੈਠੇ ਦੇਖ ਕੇ ਸਾਨੂੰ ਦੋ ਬੰਦੇ ਪਿੱਛੋਂ ਕੁਐਸਚਨ ਕਰਨ ਲੱਗੇ। ਈਵਨ ਦੈਨ ਵਿੱਚੋਂ ਡਰਾਈਵਰ ਵੀ ਪੁੱਠਾ ਮੁੜ ਕੇ ਕੁਐਸਚਨ ਕਰਨ ਲੱਗ ਗਿਆ। ਕਹਿੰਦੇ ਵੀ ਜਦੋਂ ਸਰਕਾਰ ਤੁਹਾਡੀਆਂ ਮੰਗਾਂ ਮੰਨ ਰਹੀ ਹੈ, ਕਹਿ ਰਹੀ ਹੈ ਰੋਜ਼, ਤੁਸੀਂ ਇਹ ਹੁਣ ਹੋਰ ਕੀ ਭਾਲਦੇ ਹੋ? ਇਹ ਜਿਹੜੀ ਸਰਕਾਰ ਨੇ ਜਿਹੜਾ ਗੋਦੀ ਮੀਡੀਆ ਜਿਹੜਾ ਨਾਂ ਦਿੱਤਾ ਹੋਇਆ, ਉਹਨਾਂ ਨੇ ਲੋਕਾਂ ਦੇ ਦਿਮਾਗ 'ਚ ਇੱਕ ਗੱਲ ਪਾਤੀ। ਇਹ ਬਾਰ-ਬਾਰ ਕਹੀ ਜਾਂਦੇ ਨੇ ਅਸੀਂ ਤਾਂ ਜੀ ਇਹਨਾਂ ਦੀਆਂ ਮੰਗਾਂ ਸਾਰੀਆਂ ਮੰਨ ਲੀਆਂ, ਇਹ ਤਾਂ ਇੱਕ ਜਿੱਤ ਤੇ ਅੜੇ ਹੋਏ ਨੇ ਜੀ, ਇਹ ਤਾਂ ਕਹਿੰਦੇ ਨੇ ਕਾਨੂੰਨ ਵਾਪਸ ਕਰੋ ਜੀ। ਲੋਕਾਂ 'ਚ ਇਹਨਾਂ ਸਾਡੇ ਪ੍ਰਤੀ ਇੱਕ ਭਰਮ ਫੈਲਾਤਾ। ਪ੍ਰੋਪੋਗੰਡਾ ਇਹ। ਉਹਦੇ ਵਿੱਚ ਲੋਕਾਂ ਨੂੰ ਇਹ ਲੱਗਦਾ ਪਤਾ ਨਹੀਂ ਕਿਸਾਨ ਚੌਦੇ ਮਾਰੇ ਉਰੇ ਬੈਠੇ ਨੇ, ਰਾਤਾਂ ਨੂੰ ਇੰਨੇ ਠੰਡੀਆਂ ਰਾਤਾਂ ਦੇ ਵਿੱਚ ਇੰਨਾ ਮੱਛਰ ਹੁੰਦਾ ਹੈ। ਜਿਹੜੇ ਬੰਦੇ ਕਦੇ ਭੁੰਜੇ ਨਹੀਂ ਸੁੱਤੇ, ਭੁੰਜੇ ਟਰਾਲੀਆਂ ਥੱਲੇ ਸੁੱਤੇ ਪਏ ਨੇ। ਸਾਡੇ 40 ਕਿਸਾਨ ਸ਼ਹੀਦ ਹੋ ਗਏ। ਪਰ ਇਹ ਪ੍ਰੋਪੋਗੰਡਾ ਇਸ ਕਰਕੇ ਕਰਦੇ ਨੇ, ਇਹ ਲੋਕਾਂ ਦੇ ਦਿਮਾਗ 'ਚ, ਜਿਹੜੇ ਲੋਕਾਂ ਨੂੰ ਇਹ ਮੁੱਦੇ ਬਾਰੇ ਨਹੀਂ ਪਤਾ, ਉਹਨਾਂ ਦੇ ਦਿਮਾਗ 'ਚ ਇਹ ਬਣਨਾ ਚਾਹੁੰਦੇ ਨੇ ਵੀ ਅਸੀਂ ਸਾਰਾ ਕੁਝ। ਹੁਣ ਤੁਸੀਂ ਪਿੱਛੇ ਦੇਖੋ, ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ। ਸੁਪਰੀਮ ਕੋਰਟ ਨੂੰ ਇਹਨਾਂ ਨੇ ਲਿਖਤੀ ਜਵਾਬ ਦਿੱਤਾ ਕਿ ਕਿਸਾਨ ਇੱਕ ਜਿੱਦ ਤੇ ਅੜੇ ਹੋਏ ਨੇ, ਜੈਸ ਤੇ ਨੋ ਤੇ। ਇਹ ਮੁੱਦਾ ਆਇਆ ਕਿੱਥੋਂ? ਜਿੰਨੀਆਂ 5 ਮੀਟਿੰਗਾਂ ਹੋਈਆਂ ਸੈਂਟਰ ਸਰਕਾਰ ਨਾਲ, 5 ਮੀਟਿੰਗਾਂ ਦੇ ਵਿੱਚ ਇਹਨਾਂ ਨੇ ਆਪਣੇ ਗੁਣ ਗਣਾਉਣੇ ਸ਼ੁਰੂ ਕੀਤੇ। ਇੱਕ ਵੀ ਫਾਇਦਾ ਇਸ ਬਿੱਲ ਦਾ ਨਹੀਂ ਉਹ ਗਿਣਾ ਸਕੇ। ਸਾਡੇ ਕਿਸਾਨਾਂ ਦੇ ਸਾਹਮਣੇ, ਸਾਡੇ ਪੜ੍ਹੇ ਲਿਖੇ ਕਿਸਾਨਾਂ ਦੇ ਸਾਹਮਣੇ ਇਹਨਾਂ ਦੇ ਜਿਹੜੇ IAS ਸੈਕਟਰੀ ਸੀਗੇ ਉਹ ਵੀ ਗੋਡੇ ਟੇਕ ਗਏ। ਕਿਉਂਕਿ ਜੇ ਗੱਲ ਸੱਚੀ ਸਾਹਮਣੇ ਆਉਣੀ ਹੈ, ਜਦੋਂ ਆਉਣੀ ਹੈ, ਪਰ ਇਹਨਾਂ ਨੇ ਉਹੀ ਰੱਟੀ ਰਟਾਈ ਗੱਲ ਫੇਰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਇੱਕ ਪਾਸੇ ਸਾਨੂੰ ਕਹਿ ਰਹੇ ਨੇ ਵੀ 9 ਗਲਤੀਆਂ ਨੇ, ਤੋਮਰ ਸਾਹਿਬ ਮੰਨਦੇ ਨੇ ਮੀਡੀਆ ਦੇ ਸਾਹਮਣੇ ਆ ਕੇ। ਦੂਜੇ ਪਾਸੇ ਜਾ ਕੇ ਪ੍ਰਧਾਨ ਮੰਤਰੀ ਉੱਥੇ ਬੋਲਦਾ ਹੈ ਨਕਲੀ ਕਿਸਾਨਾਂ ਨੂੰ ਇਕੱਠੇ ਕਰਕੇ ਕਿ ਜੀ ਇਹ ਤੁਹਾਡੇ ਵਾਸਤੇ ਬਹੁਤ ਵਧੀਆ ਬਿੱਲ ਨੇ, ਇਹ ਫਾਇਦੇਮੰਦ ਬਿੱਲ ਨੇ ਸਾਰੇ। ਫਿਰ ਤੋਮਰ ਜੀ ਚਿੱਠੀ ਕੱਢਦੇ ਨੇ, ਲੋਕਾਂ ਨੂੰ SMS ਕਰਦੇ ਨੇ। ਇਹ ਸਾਰੀ ਜਿਹੜੀ ਹੈਗੀ ਹੈ ਇਹਨਾਂ ਦੀ ਇੱਕ ਚਾਲ ਹੈ। ਇਹ ਸੱਚੇ ਮਨੋਂ ਜਿਸ ਦਿਨ ਬੈਠਣਗੇ ਉਸ ਦਿਨ ਇਹ ਮੁੱਦਾ ਨਿਬੜ ਵੀ ਜਾਊਗਾ। ਸੱਚੇ ਮਨ ਨਾਲ ਹੀ ਨਹੀਂ ਬੈਠ ਰਹੇ। ਇਹਦੀ ਜਿਹੜੀ ਨੀਤ ਹੈ ਉਹ ਸਾਫ਼ ਨਹੀਂ ਹੈ। ਇਹ ਬਦਨੀਤੀ ਨਾਲ ਬੈਠਦੇ ਨੇ। ਇਹਦਾ ਇੱਕੋ ਹੀ ਹੈ, ਇਹ ਸਹੇ ਤੋਂ ਨਹੀਂ ਡਰਦੇ, ਇਹ ਪਹੇ ਤੋਂ ਡਰਦੇ ਨੇ। ਇਹਨਾਂ ਨੂੰ ਇਹ ਡਰ ਹੈ ਵੀ ਜੇ ਅੱਜ ਇਹ ਕਾਨੂੰਨ ਅਸੀਂ ਵਾਪਸ ਲੈ ਲਏ, ਇਹ ਇਹਨਾਂ ਨੂੰ ਸਾਰੇ ਉਹਨਾਂ ਨੂੰ ਪਤਾ ਹੈ, ਜ਼ਮੀਰ ਵਾਲੇ ਲੀਡਰਾਂ ਨੂੰ, ਵੀ ਇਹ ਗਲਤ ਨੇ, ਕਿਸਾਨਾਂ ਦੇ ਖਿਲਾਫ ਨੇ। ਇਹਨਾਂ ਨੂੰ ਇਹ ਵੀ ਪਤਾ ਹੈ ਵੀ ਇਹ ਵਾਪਸ ਲੈਣੇ ਹੀ ਪੈਣਗੇ। ਪਰ ਇਹ ਜਿਵੇਂ ਇੱਕ ਮਰਿਆ ਬੰਦਾ ਨਾ, ਜਿਵੇਂ ਸੱਪ ਮਰਿਆ ਹੋਇਆ ਜ਼ਹਿਰ ਘੋਲਦਾ ਹੈ, ਉਹ ਜ਼ਹਿਰ ਘੋਲ ਰਹੇ ਨੇ। ਇਹਨਾਂ ਨੂੰ ਇਸ ਗੱਲ ਦਾ ਪਤਾ ਹੈ। ਇਹ ਇਸ ਕਰਕੇ ਹਰ ਹੀਲਾ ਵਰਤਦੇ ਨੇ। ਉਹ ਚਾਹੇ SYL ਵਾਲਾ ਮੁੱਦਾ ਹੋਵੇ, ਚਾਹੇ ਇਹ ਡੈਡਲੌਕ ਵਾਲਾ ਹੋਵੇ, ਚਾਹੇ ਮੈਂ ਤਾਂ ਇਹ ਵੀ ਕਹੂੰਗਾ ਸੁਪਰੀਮ ਕੋਰਟ 'ਚ ਵੀ ਜਾਣਾ ਇਹਨਾਂ ਦੀ ਇੱਕ ਸਾਜ਼ਿਸ਼ ਸੀ। ਪਰ ਸੁਪਰੀਮ ਕੋਰਟ ਨੇ, ਉਹਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ, ਉਹਨਾਂ ਨੇ ਕਿਸਾਨਾਂ ਦਾ ਸਤਿਕਾਰ ਕੀਤਾ। ਭਾਵੇਂ ਕੁਝ ਲੋਕ ਕਹਿੰਦੇ ਨੇ ਕਿ ਪੂਰੀ ਜਿਹੜੀ ਬਾਰ ਹੈ, ਐਸੋਸੀਏਸ਼ਨ ਬਾਰ ਹੈ, ਉਹ ਕਿਸਾਨਾਂ ਦੇ ਹੱਕ 'ਚ ਖੜੀ ਹੋ ਗਈ। ਇਹ ਸਾਰਾ ਕੁਝ ਦੇਖ ਕੇ ਅੱਜ ਹਰ ਵਰਗ ਕਿਸਾਨਾਂ ਦੇ ਨਾਲ ਖੜਾ ਹੈ। ਇਸ ਕਰਕੇ ਹਰ ਕੋਈ ਕਿਸਾਨਾਂ ਦੀ ਮਦਦ 'ਚ ਖੜਾ ਹੈ। ਪਰ ਜਿਹੜੇ ਪਲਾਰੇ ਨੇ ਉਹ ਇਹਨਾਂ ਦੇ ਚੱਲਣ ਵਾਲੇ ਨਹੀਂ। ਸੋ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ, ਪੁਰਾਣੇ ਜੋ ex-MLAs ਆ, ਇੱਥੇ ਸ਼ਮੂਲੀਅਤ ਕੀਤੀ ਉਹਨਾਂ ਨੇ, ਵੀ ਖਹਿਰਾ ਸਾਹਿਬ ਤੋਂ ਆਸ ਰੱਖਦੇ ਵੀ ਉਹ ਵੀ ਕਿਸੇ ਦਿਨ ਇੱਥੇ ਆਉਣਗੇ। ਹਾਂ, ਹੁਣੀ ਆ ਕੇ ਗਏ ਨੇ। ਅੱਜ ਉਹ ਟੀਕਰੀ ਬਾਰਡਰ ਤੇ, ਹਾਂ ਟੀਕਰੀ ਬਾਰਡਰ ਤੇ ਪਹੁੰਚਣੇ ਨੇ 5 ਵਜੇ। ਇੱਕ ਟਰੱਕ ਪੂਰੇ ਕੰਬਲਾਂ ਦਾ, ਵਧੀਆ ਕੰਬਲਾਂ ਦਾ, ਉਹਨਾਂ ਦੇ ਸਾਰੇ ਹਲਕੇ ਦੇ ਲੋਕਾਂ ਨੇ ਇਕੱਠੇ ਕਰਕੇ ਉਹ ਲੈ ਕੇ ਆ ਰਹੇ ਨੇ। ਉਹ 5 ਵਜੇ ਟੀਕਰੀ ਬਾਰਡਰ ਤੇ ਪਹੁੰਚਣਗੇ। ਉਹ ਤਕਰੀਬਨ 12:30 ਵਜੇ ਅੰਬਾਲੇ ਤੋਂ ਜਿਹੜੀ ਕੈਥਲ ਵਾਲੀ ਰੋਡ ਹੈ, ਪ੍ਰੈਸ ਬਣਿਆ, ਐਕਸਪ੍ਰੈਸ ਵੇ ਬਣਿਆ, ਉਹ ਤੇ ਹੋ ਕੇ ਉਹ ਟੀਕਰੀ ਬਾਰਡਰ ਨੂੰ ਆ ਰਹੇ। ਪਹਿਲਾਂ ਇੱਧਰੋਂ ਆਉਣਾ ਚਾਹੁੰਦੇ ਸੀ, ਮੈਂ ਇਹਨਾਂ ਨੂੰ ਕਿਹਾ ਇੱਧਰੋਂ ਤੁਹਾਨੂੰ ਦੂਰ ਪੈ ਜਾਊਗਾ। ਉਧਰੋਂ 5 ਵਜੇ ਉੱਥੇ ਪਹੁੰਚਣਗੇ। ਉਹ ਤਾਂ ਪਹਿਲਾਂ ਤੋਂ ਵੀ ਕਈ ਵਾਰੀ ਗੇੜੇ ਲਾ ਕੇ ਇੱਥੇ ਹੀ ਰਹੇ ਨੇ। ਸਾਡੇ ਸਾਰੇ ਜਗਦੇਵ MLA ਕਮਾਲੂ ਸਾਹਿਬ, ਪਿਰਮਲ ਜੀ, ਸੁੱਚਾ ਸਿੰਘ ਛੋਟੇਪੁਰ ਜੀ, ਡਾਕਟਰ ਧਰਮਵੀਰ ਗਾਂਧੀ ਜੀ, ਤਕਰੀਬਨ ਸਾਰੇ ਪਹੁੰਚੇ ਹੋਏ ਨੇ। ਸਭ ਇੱਥੇ ਹੀ ਉਹ ਕਰ ਰਹੇ ਨੇ। ਕੋਈ ਕੰਮ ਇੱਕ ਅੱਧੇ ਦਿਨ ਚਲਿਆ ਜਾਂਦਾ, ਫਿਰ ਇੱਥੇ ਆ ਜਾਂਦੇ ਨੇ ਸਭ ਇੱਥੇ। ਇੱਕ ਮੇਰਾ ਸਵਾਲ ਸੀਗਾ, ਜਿਵੇਂ ਹੁਣ ਆਪਾਂ ਨੂੰ ਪਤਾ ਹੈ ਕਿ ਇਹ ਮਾਡਲ ਵੀ ਕੋਈ ਬਾਹਲਾ ਜ਼ਿਆਦਾ ਕਾਮਯਾਬ ਨਹੀਂ, ਕਿਉਂਕਿ ਹਰੀ ਕ੍ਰਾਂਤੀ ਨੇ ਵੀ ਸਾਨੂੰ ਖੁਸ਼ਹਾਲੀ ਟੈਂਪਰੇਰੀਲੀ ਦਿੱਤੀ, ਬਾਅਦ 'ਚ ਫਿਰ ਸੁਸਾਈਡ ਦਾ ਜਿਹੜੀ ਰੇਸ਼ੋ ਆ ਬੜੀ ਵਧੀ ਆ। ਕੋਈ ਅਲਟਰਨੇਟਿਵ ਹੋਰ ਤੁਹਾਨੂੰ ਸਮਝ ਆਉਂਦਾ ਕਿ ਤਾਂ ਕਿ ਸਾਡਾ ਜਿਹੜਾ ਕਿਸਾਨ ਹੈ ਉਹ ਪ੍ਰੋਫਿਟ ਵੱਲ ਵੱਧ ਸਕੇ, ਉਹਦੀ ਮਿਹਨਤ ਉਹਦੇ ਪੱਲੇ ਪੈ ਸਕੇ? ਇਹ ਤੁਸੀਂ ਬਹੁਤ ਸੋਹਣਾ ਸਵਾਲ ਕੀਤਾ। ਜੇ ਆਪਾਂ ਦੇਖੀਏ ਪਿਛਲੇ 70 ਸਾਲਾਂ ਤੋਂ ਕਿਸਾਨ ਦੀ ਵੱਧ ਤੋਂ ਬਦਤਰ ਹਾਲਤ ਹੋ ਗਈ। ਜਿਹੜੀਆਂ ਇਸੇ ਕਾਨੂੰਨ ਨੇ ਸਾਨੂੰ ਉਹਦੇ ਵੱਲ ਧੱਕਿਆ। ਅਸੀਂ ਸਾਡੇ ਕਿੰਨੇ ਕਿਸਾਨ ਵੀਰ ਖੁਦਕਸ਼ੀਆਂ ਕਰ ਗਏ, ਖੁਦਕਸ਼ੀਆਂ ਵੱਲ ਧੱਕਿਆ। ਬਹੁਤ ਸਾਰੇ ਕਿਸਾਨ ਅੱਜ ਇਹਨਾਂ ਹਾਲਾਤਾਂ 'ਚ ਨੇ, ਉਹਨਾਂ ਨੂੰ ਰੋਟੀ ਨਹੀਂ ਜੁੜਦੀ, ਇੰਨੇ ਕਰਜ਼ਈ ਹੋਏ ਨੇ। ਬਟ ਜਿਹੜਾ ਤੁਸੀਂ ਅਗਲਾ ਸਵਾਲ ਕੀਤਾ, ਮੇਰਾ ਮੰਨਣਾ ਇਹ ਹੈ, ਜੇ ਜਦੋਂ ਤੱਕ ਰਾਜਾਂ ਨੂੰ ਵੱਧ ਅਧਿਕਾਰ ਨਹੀਂ ਦਿੱਤੇ ਜਾਂਦੇ, ਖਾਸ ਕਰਕੇ ਸਾਡੇ ਪੰਜਾਬ, ਸਾਡੇ ਹਰਿਆਣੇ, ਦਿੱਲੀ ਦੇ ਇੱਧਰ ਸਾਰੇ, ਉਹਨਾਂ ਨੂੰ ਜਦੋਂ ਤੱਕ ਸਾਡਾ ਉਹ ਕੋਰੀਡੋਰ ਪਾਕਿਸਤਾਨ ਵਾਲਾ, ਬਲਖ ਬਖਾਰੇ ਵਾਲਾ, ਉਹ ਸਾਰਾ ਨਹੀਂ ਖੋਲ੍ਹਿਆ ਜਾਂਦਾ, ਵੈਸਟ ਵਾਲਾ ਕੋਰੀਡੋਰ, ਵੈਸਟ, ਹਾਂ ਜੀ, ਉਹਦੇ ਵਿੱਚ ਜਿਹੜੇ ਸਾਰਾ ਜੇ ਖੋਲ੍ਹ ਦੇਣ, ਅਰਬ ਕੰਟਰੀਆਂ ਦੇ ਵਿੱਚ ਸਾਡਾ ਹੋ ਜਾਵੇ, ਸਾਡੇ ਵਪਾਰੀ ਵੀ, ਸਾਡਾ ਕਿਸਾਨ ਵੀ,
ਸਾਡਾ ਮੈਨੂਫੈਕਚਰਰ ਵੀ ਇੰਡਸਟਰੀਲਿਸਟ ਵੀ ਬਹੁਤ ਜ਼ਿਆਦਾ ਤਰੱਕੀ ਕਰੂਗਾ। ਇਹ ਆਖਰਕਾਰ ਸਾਨੂੰ ਕਰਨਾ ਪਊਗਾ। ਪਿਛਲੇ ਦਿਨੀ ਇੱਕ ਇੰਟਰਵਿਊ 'ਚ ਕਿਸੇ ਸੱਜਣ ਨੇ ਜ਼ਿਕਰ ਵੀ ਕੀਤਾ ਸੀਗਾ ਕਿ ਜੇ ਇਹਨਾਂ ਦੋਵਾਂ ਘਰਾਣਿਆਂ ਕੋ ਸਾਡੀ ਜਿਹੜੀ ਮੋਨੋਪੋਲੀ ਹੋ ਜਾਂਦੀ ਆ, ਫਿਰ ਇਹ ਬਾਰਡਰ ਖੁੱਲ ਜਾਣੇ ਆ, ਫਿਰ ਇਹ ਐਕਸਪੋਰਟ ਹੋਣਾ ਮਾਲ, ਕਿਉਂ ਉਹ ਸਾਡੇ ਲਈ ਕਿਉਂ ਨਹੀਂ? ਮੈਂ ਇਹੀ ਗੱਲ ਕਰ ਰਿਹਾ। ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਜਿਹੜਾ ਇਹਦਾ ਪਲਾਸਟਿਕ ਦਾ ਦਾਣਾ ਬਣਦਾ ਉਹ ਕਰੋਨਾ ਟਾਈਮ ਦੇ ਵਿੱਚ ਵੀ ਪਾਕਿਸਤਾਨ ਗਿਆ, ਰਿਲਾਇੰਸ ਇੰਡਸਟਰੀ ਦਾ। ਜਦੋਂ ਸਾਰੇ ਬਾਇਲੇਟਰਲ ਜਿਹੜੇ ਸਬੰਧ ਨੇ ਉਹ ਖਤਮ ਨੇ ਤੇ ਰਿਲਾਇੰਸ ਇੰਡਸਟਰੀ ਉੱਥੇ ਕਿਵੇਂ ਐਕਸਪੋਰਟ ਕਰਦੀ ਆ। ਇਹੀ ਗੱਲ ਤੁਹਾਨੂੰ ਦੱਸਣ ਜਾ ਰਿਹਾ ਸੀਗਾ। ਤੁਸੀਂ ਦੇਖੋ ਜਿੰਨੇ ਇਹਨਾਂ ਨੇ ਸੈਲੋ ਉਹ ਬਣਾਏ ਨੇ, ਗੋਡਾਊਨ ਬਣਾਏ ਨੇ, ਸਭ ਬਾਰਡਰ ਦੇ ਨੇੜੇ ਤੇੜੇ ਬਣਾਏ ਨੇ। ਫਿਰੋਜ਼ਪੁਰ ਸਾਰੇ ਬਾਰਡਰ ਦੇ ਨੇੜੇ ਤੇੜੇ ਬਣਾਏ ਨੇ। ਉਹ ਇਹਨਾਂ ਦੀ ਪਾਲਿਸੀ ਉਹ ਇਹ ਹੈ, ਜਿਸ ਦਿਨ ਸਾਰਾ ਇਹਨਾਂ ਦੇ ਹੱਥ 'ਚ ਆ ਗਿਆ, ਇਹਨਾਂ ਨੇ ਫੇਰ ਇਹ ਮੋਦੀ ਨੇ ਵਪਾਰ ਖੋਲ੍ਹਣਾ ਹੈ। ਇਸੇ ਗੱਲ ਨੂੰ ਤਾਂ ਮੈਂ ਰੋਨਾ, ਜਦੋਂ ਤੱਕ ਰਾਜਾਂ ਨੂੰ ਵੱਧ ਅਧਿਕਾਰ ਨਹੀਂ ਮਿਲਦੇ, ਹਰੇਕ ਸਟੇਟ ਆਪਣਾ ਇਹ ਫੈਸਲਾ ਨਹੀਂ ਲੈ ਸਕਦੀ, ਉਦੋਂ ਤੱਕ ਇਹ ਆਮ ਲੋਕਾਂ ਨੂੰ ਫਾਇਦਾ ਨਹੀਂ ਹੋਣਾ, ਇਹੋ ਜਿਹੇ ਘਰਾਣਿਆਂ ਨੂੰ ਇਹ ਫਾਇਦਾ ਹੋਣਾ ਹੈ। ਹੁਣ ਤੁਸੀਂ ਇੱਕ ਗੱਲ ਦੇਖੋ, ਜਿਹੜਾ ਪਲਾਸਟਿਕ ਦੇ ਦਾਣੇ ਦੀ ਤੁਸੀਂ ਗੱਲ ਕੀਤੀ ਹੈ, ਜਿਹ ਤੋਂ ਸਾਡਾ PVC ਪਾਈਪ ਬਣਦਾ ਹੈ ਤੇ ਸਾਡੀ ਉਹ ਆਉਂਦੀ ਹੈ ਆਪਣਾ ਮਟੀਰੀਅਲ ਆਉਂਦਾ ਹੈ, ਉਹ 'ਚ ਸਭ ਤੋਂ ਵੱਡਾ ਜਿਹੜਾ ਹੱਥ ਹੈ, ਸਭ ਤੋਂ ਵੱਡਾ ਜੇ ਕਾਰੋਬਾਰ ਹੈ ਉਹ ਰਿਲਾਇੰਸ ਦਾ ਹੈ। ਅੱਧ ਤੋਂ ਵੱਧ ਜਿਹੜੇ ਚੈਨਲ ਨੇ ਉਹਨਾਂ 'ਚ ਸਭ ਤੋਂ ਵੱਡਾ ਜਿਹੜਾ ਹਿੱਸਾ ਹੈ ਉਹ ਰਿਲਾਇੰਸ ਦਾ ਹੈ। ਤੁਸੀਂ ਗੁਜਰਾਤ ਦੇ ਵਿੱਚ ਚਲੇ ਜਾਓ, ਹੋਰ ਚਲੇ ਜਾਓ, ਮੈਨੂਫੈਕਚਰ ਦੇ ਵਿੱਚ ਤੁਸੀਂ ਈਵਨ ਦੈਨ ਹੁਣ ਆਰਮੀ ਦੇ ਵਿੱਚ ਵੀ ਇਹਨਾਂ ਦਾ ਵੱਡਾ ਹਿੱਸਾ ਪਾਤਾ। ਰਫੇਲ ਜਹਾਜ਼ ਵੀ ਇਹਨਾਂ ਦੀ ਕੰਪਨੀ ਥਰੂ ਆਏ ਨੇ, ਜੇ ਹੋਰ ਹਿੱਸਾ ਆਊਗਾ ਉਹ ਵੀ ਇਹਦੇ ਥਰੂ ਆਊਗਾ। ਮੋਦੀ ਨੇ ਸਾਡੀ ਰੇਲਵੇ ਦਾ ਜਿੰਨਾ ਹੁਣ ਕੋਚ ਫੈਕਟਰੀਆਂ ਸੀਗੀਆਂ ਜਿੰਨੀਆਂ ਸਰਕਾਰੀ, ਉਹਦੇ ਵਿੱਚ ਵੀ ਇਹਦਾ ਹਿੱਸਾ ਹੋ ਗਿਆ। ਰੇਲਵੇ ਵੀ ਇਹਨਾਂ ਦੀ ਹੋ ਗਈ, ਅਡਾਨੀ ਦੀ ਹੋ ਗਈ। ਤੁਸੀਂ ਜਿੰਨੇ ਪਾਵਰ ਪਲਾਂਟ ਲੱਗ ਰਹੇ ਨੇ, ਸੋਲਰ ਪਲਾਂਟ ਲੱਗ ਰਹੇ ਨੇ, ਉਹ ਸਾਰੇ ਅਡਾਨੀ ਦੇ ਨੇ। ਇਹ ਇਲੈਕਟ੍ਰਿਸਿਟੀ ਤੇ ਜਿਹੜੇ ਹੁਣ ਇੱਕ ਗੱਲ ਮੈਨੂੰ ਤਾਂ ਇਹ ਵੀ ਖਾਸਾ ਹੈ, ਜਿਹੜੀਆਂ ਬੈਂਕਾਂ ਇੱਕ ਦੂਜੇ 'ਚ ਮਰਜ ਕਰਕੇ ਇਹ ਛੋਟਾ ਦਾਇਰਾ ਕਰਦੇ ਜਾ ਰਹੇ ਨੇ। ਕਿਸੇ ਦਿਨ ਇਹ 4 ਬੈਂਕਾਂ ਰੱਖ ਕੇ 2 ਅਬਾਨੀ ਨੂੰ 2 ਅਡਾਨੀ ਨੂੰ ਸਮਾ ਦੇਣਗੇ। ਇਹ ਸਾਡਾ ਬੈਂਕ ਸਿਸਟਮ ਵੀ ਇਹਨਾਂ ਦੇ ਹਵਾਲੇ ਕਰ ਦੇਣਗੇ। ਬੜੇ ਡੂੰਘੀ ਗੱਲ ਵੀਰ ਜੀ ਨੇ ਕਹੀ ਆ। ਭਾਜੀ ਮੈਂ ਤੁਹਾਨੂੰ ਮੇਰਾ ਸਵਾਲ ਆ ਕਿ ਤੁਸੀਂ ਸ਼ੁਰੂ ਤੋਂ ਕੋਈ ਨਵੀਂ ਜੇ ਕੋਈ ਵਿਚਾਰਧਾਰਾ ਆਈ ਤਾਂ ਉਦੋਂ ਤੋਂ ਜੁੜੇ, ਭਾਵੇਂ ਪੀਪਲ ਹੋਵੇ, ਆਪ ਹੋਵੇ, ਕੋਈ ਵੀ ਹੋਵੇ, ਹੁਣ ਵੀ ਤੁਸੀਂ ਉਪਰਾਲਾ ਕੀਤਾ ਤੇ ਕੀ ਉਹ ਕੋਸ਼ਿਸ਼ਾਂ ਜਾਰੀ ਰਹਿਣਗੀਆਂ? ਦੇਖੋ ਅਸੀਂ ਤਾਂ ਹਮੇਸ਼ਾ ਪੰਜਾਬ ਦੇ ਲਈ ਕੋਸ਼ਿਸ਼ਾਂ ਕਰਦੇ ਰਹਿੰਦੇ ਹਾਂ, ਬਟ ਮੈਂ ਪਹਿਲਾਂ ਵੀ ਕਿਹਾ ਕਿ ਹਉਮੈ ਹੰਕਾਰ ਈਰਖਾ ਇਹ ਦੀਰਘ ਰੋਗ ਹੈ ਮਨੁੱਖ ਦੇ। ਇਹ ਸਾਡੇ ਪੰਜਾਬ ਦੇ ਲੀਡਰ ਤਾਂ ਕਈ ਚੰਗੇ ਹੈ, ਪਰ ਉਹਨਾਂ ਨੂੰ ਇਹ ਰੋਗ ਲੱਗੇ ਹੋਏ ਹੈ, ਜਿਹਦੇ ਕਰਕੇ ਉਹ ਇੱਕ ਪਲੇਟਫਾਰਮ ਨਹੀਂ ਬਣਾ ਸਕਦੇ। ਦੂਜੀ ਗੱਲ ਜਿਹੜੀ ਇਹ ਕਾਨੂੰਨਾਂ ਦੀ ਵੀ ਹੈ, ਇਹ ਹੈ ਤਾਂ ਜੀ ਸਟੇਟ ਦੀ ਜਿਹੜਾ ਖੇਤੀਬਾੜੀ ਹੈ ਇਹ ਸਟੇਟ ਦੀ ਪਾਲਿਸੀ ਹੈ, ਸਟੇਟ ਦੇ ਕਾਨੂੰਨ ਹੈ। ਜਦੋਂ ਇਹ ਹੈ ਉਹ ਸਟੇਟ ਦੇ ਦਾਇਰੇ ਦੇ ਵਿੱਚ ਤਾਂ ਸੈਂਟਰ ਇਹਨੂੰ ਬਣਾ ਨਹੀਂ ਸਕਦਾ। ਇਹਨਾਂ ਨੇ ਸੰਵਿਧਾਨ ਤੋਂ ਬਾਹਰ ਜਾ ਕੇ ਇਹ ਕਾਨੂੰਨ ਬਣਾਏ ਹੈ। ਜਿਹੜੀ ਤੁਸੀਂ ਗੱਲ ਕਰਦੇ ਹੋ, ਪੰਜਾਬ ਦੇ ਹਰ ਬੰਦੇ ਨੂੰ ਆਪਣੇ ਪੰਜਾਬ ਦੇ ਬਾਰੇ ਸੋਚਣਾ ਚਾਹੀਦਾ, ਆਪਣੀ ਸਟੇਟ ਬਾਰੇ ਸੋਚਣਾ ਚਾਹੀਦਾ। ਲੇਕਿਨ ਅੱਜ ਪੰਜਾਬ ਦੇ ਹਾਲਾਤ ਹੀ ਤਾਂ ਬਣੇ ਹੈ। ਅੱਜ ਉਹੀ ਸਰਦਾਰ ਅਮਰਿੰਦਰ ਸਿੰਘ ਜੀ ਹੈ ਜਿਨ੍ਹਾਂ ਨੂੰ 2019 'ਚ ਇਹਨਾਂ ਕਾਨੂੰਨਾਂ ਬਾਰੇ ਪਤਾ ਲੱਗ ਗਿਆ ਸੀ। ਹੁਣ ਉਹਨਾਂ ਨੇ ਕਿਸੇ ਮੰਤਰੀ ਨੇ ਵੀ ਕਿਹਾ ਨਾ ਵੀ ਬਿੱਟੂ ਦਾ ਬਿਆਨ ਆਇਆ ਸੀ, ਆਰਡੀਨੈਂਸ ਦਾ ਪਤਾ ਲੱਗ ਗਿਆ ਸੀ, ਫਿਰ ਬਿੱਲ ਦਾ ਪਤਾ ਲੱਗ ਗਿਆ ਸੀ। ਕਾਹਨ ਸਿੰਘ ਪੰਨੂ ਜੀ ਨੇ ਦੱਸਿਆ ਸੀ। ਪਤਾ ਲੱਗਣ ਦੇ ਬਾਵਜੂਦ ਉਹਨਾਂ ਨੇ ਤਾਂ ਇਹ ਕਿਸਾਨਾਂ ਦੀ ਜਿਹੜੀ ਵਿਦਰੋਹ ਦੀ ਭੱਠੀ ਹੈ ਖੜੀ ਕਰੀ, ਤਾਂ ਕਿ ਉਹਨਾਂ ਨੇ ਜਿੰਨੇ ਵੀ MLA ਨੇ ਪੰਜਾਬ ਨੂੰ ਲੁੱਟਿਆ ਹੈ। ਚਲੋ ਬਾਦਲਾਂ ਨੇ ਤਾਂ ਬੇੜਾ ਗਰਕ ਕੀਤਾ ਹੀ ਹੈ, ਉਹਨਾਂ ਬਾਰੇ ਤਾਂ ਹੁਣ ਪੰਜਾਬ ਦੇ ਲੋਕ ਗੱਲੇ ਕਰਨੀ ਛੱਡ ਗਏ। ਲੇਕਿਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਇਹ ਭੱਠੀ ਗਰਮ ਕੀਤੀ ਇਹ ਮੂਵਮੈਂਟ ਦੀ। ਇਹ ਤੋਂ ਬਾਅਦ ਵੀ ਹੁਣ ਪ੍ਰੋਟੈਸਟ ਹੋਊਗਾ ਤਾਂ ਇਹਦੇ ਵਿੱਚ ਸਾਡੇ ਵਾਲਾ ਜਿਹੜਾ ਮਸਲਾ ਹੈ ਉਹ ਸਾਰਾ ਖਤਮ ਹੋ ਜਾਵੇ, ਔਰ ਇਹੀ ਕੰਮ ਕਰ ਰਹੇ ਆ ਉਹ। ਹੁਣ ਦੇਖੋ ਤੁਸੀਂ ਕਰਨਾ ਤਾਂ ਇਹ ਚਾਹੀਦਾ ਕਿ ਅੱਜ 3 ਜਾਂ 4 MLA ਜਾਂ 2 MP ਬੈਠ ਗਏ, ਕੀ ਗੱਲ ਇਹਨਾਂ ਦੇ 70 MP ਹੋਰ ਕਿੱਥੇ ਆ ਜੀ? ਅੱਜ ਸਰਦਾਰ ਅਮਰਿੰਦਰ ਸਿੰਘ ਜੀ ਚਲੋ ਉਰੇ ਤਾਂ ਠੀਕ ਹੈ, ਉਹ ਕਹਿੰਦੇ ਜੀ ਸਾਨੂੰ ਵੜਨ ਨਹੀਂ ਦਿੰਦੇ, ਲੇਕਿਨ ਸਰਦਾਰ ਅਮਰਿੰਦਰ ਸਿੰਘ ਜੀ ਸੀਨੀਅਰ ਮੋਸਟ ਬੰਦੇ ਆ ਕਾਂਗਰਸ ਦੇ। ਅੱਜ ਉਹ ਬਾਕੀ ਰਾਜਾਂ ਦੇ CM ਜਾਂ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਇਕੱਠੇ ਕਰਨ ਦੀ ਅਗਵਾਈ ਕਰਨਗੇ। ਚਲੋ ਆਪਾਂ ਧਰਨਾ ਦਈਏ ਅੱਜ ਜੰਤਰ ਮੰਤਰ ਤੇ ਉੱਥੇ ਤਾਂ ਉਹਨਾਂ ਨੂੰ ਤਾਂ ਇਕੱਠੇ ਕਰ ਸਕਦੇ ਆ। ਮਮਤਾ ਬੈਨਰਜੀ ਨਾਲ ਤਾਲਮੇਲ ਬਣਾਉਣ ਜਾਂ ਗਹਿਲੋਤ ਨਾਲ ਤਾਲਮੇਲ ਬਣਾਉਣ, ਜਾਂ ਜਿੱਥੇ ਕਾਂਗਰਸ ਜਿੰਨੇ ਵੀ ਐਂਟੀ BJP ਹੈ ਉਹਨਾਂ ਨੂੰ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰੀ ਹੈ ਅਮਰਿੰਦਰ ਸਿੰਘ ਜੀ ਨੇ? ਨਹੀਂ, ਹਾਲੇ ਤੱਕ ਨਹੀਂ। ਕਾਰਨ ਕਿਉਂਕਿ ਉਹਨਾਂ ਦੇ ਹੁੰਦੇ ਤਾਂ ਹੁਣ ਜਿਹੜੀ ਬੰਬੇ ਮੀਟਿੰਗ ਹੋਈ ਸੀਗੀ, ਵਿੱਤ ਮੰਤਰੀ ਮਨਪ੍ਰੀਤ ਬਾਦਲ ਖੁਦ ਗਿਆ ਸੀਗਾ, ਉਹਨਾਂ ਨੂੰ ਪਤਾ ਸੀਗਾ ਵੀ ਇਹ ਕਾਨੂੰਨ ਬਣ ਰਹੇ ਹੈ। ਜਦੋਂ ਵਿੱਚ ਇਹ ਕਾਨੂੰਨ ਬਣ, ਮੈਨੂੰ ਨਾ ਮੈਂ ਅਕਸਰ ਹੀ ਸ਼ੇਰ ਬੋਲਦਾ, ਕੁਛ ਤੋਂ ਵਜ੍ਹਾ ਰਹੀ ਹੋਗੀ, यूं ही कोई बेवफा नहीं होता। ਵਜ੍ਹਾ ਤਾਂ ਹੁਣ ਸਾਰਿਆਂ ਨੂੰ ਇਹ ਪਤਾ ਹੈ ਜੀ ਕਿ ED ਦੇ ਸੰਮਣ ਕਿਉਂ ਆ ਰਹੇ ਹੈ, ਕਿਉਂ ਅਸੀਂ ਚੁੱਪ। ਸੱਚ ਮੈਨੂੰ ਯਾਦ ਆ ਗਿਆ, ਆੜਤੀ ਵੀਰ ਜਿਹੜੇ ਹੈਗੇ ਆ ਉਹਨਾਂ ਦਾ ਕਿਸਾਨਾਂ ਨੇ ਇੱਕ ਨਾਤਾ ਆ, ਜੇ ਕੁਝ ਪੈਸੇ ਦਿੰਦੇ ਤੇ ਇੰਟਰਸਟ ਲੈਂਦੇ ਆ। ਉਹ ਉਹਨਾਂ ਵੱਲੋਂ ਜੇ ਕੁਝ
ਸਮਰਥਨ ਦਿੱਤਾ ਜਾਂ ਮਦਦ ਕੀਤੀ ਹੋਊਗੀ ਤੇ ਪੂਰੀ ਦੁਨੀਆ ਇਸ ਅੰਦੋਲਨ ਦੀ ਮਦਦ ਕਰਨ ਰਹੀ ਆ। ਉਹਨਾਂ ਆੜਤੀਆਂ ਨੂੰ ਜਿਹੜੇ ਸੰਮਣ ਭੇਜੇ ਜਾਂਦੇ ਆ, ਸੰਮਣ ਨਹੀਂ ਭੇਜੇ, ਰੇਡ ਪਾਤੀ। ਰੇਡ, ਸੌਰੀ, ਹਾਂ, ਰੇਡ 12 ਪੰਜਾਬ ਦੇ ਵਿੱਚ 12 ਆੜਤੀਆਂ ਤੇ ਜਿਹੜੇ ਮੰਡੀਆਂ ਦੇ ਪ੍ਰਧਾਨ ਨੇ। ਇੱਕ ਕਾਲੜਾ ਹੈ ਬੇਸ਼ੱਕ ਕਾਂਗਰਸ ਦਾ, ਪਰ ਕਾਲੜਾ ਇੱਕ 2 ਜਥੇਬੰਦੀਆਂ ਸਾਡੇ ਬਣ ਗਏ, ਇੱਕ ਦੀ ਚੀਮਾ ਹੈਗਾ ਪ੍ਰਧਾਨ, ਇੱਕ ਦਾ ਕਾਲੜਾ ਹੈਗਾ ਪ੍ਰਧਾਨ। ਕਾਲੜੇ ਦੇ ਵੀ ਰੇਡ ਪਈ ਹੈ। ਸਾਡੇ ਸਮਾਣੇ ਜਿਹੜਾ ਮੰਡੀ ਦਾ, ਮੇਰਾ ਸਵਾਲ ਇਹ ਹੈ ਕਿ ਇਹ ਡੈਮੋਕ੍ਰੈਟਿਕ ਆ? ਬਿਲਕੁਲ ਨਹੀਂ, ਤਾਨਾਸ਼ਾਹੀ ਹੈ ਇਹ ਤਾਂ। ਤੁਸੀਂ ਇਹ ਦੇਖੋ, ਤਾਨਾਸ਼ਾਹੀ ਤੋਂ ਵੀ ਅੱਗੇ ਜਾ ਕੇ ਹੈ ਗੁੰਡਾਗਰਦੀ ਹੈ। ਇਹ ਤਾਨਾਸ਼ਾਹੀ ਤੋਂ ਵੀ ਅੱਗੇ ਜਾ ਕੇ ਗੁੰਡਾਗਰਦੀ ਹੈ। ਇਹ ਤਾਂ ਦਬਕਾਉਣ ਵਾਲੀ ਗੱਲ ਕਰਦੇ ਨੇ। ਤੁਸੀਂ ਇੱਕ ਗੱਲ ਦੇਖੋ, ਇੱਕ ਪਹਿਲੀ ਗੱਲ ਤਾਂ ਇਹ ਹੈ ਜਿਹੜੀ ਕਿਸਾਨਾਂ ਦੀ ਸਰਕਾਰ ਨੂੰ ਫਾਇਦਾ ਹੈ, ਨੁਕਸਾਨ ਕੋਈ ਨਹੀਂ। ਸਰਕਾਰ ਖਰੀਦਦੀ ਹੈ, ਕਿਸਾਨ ਵੇਚਦਾ ਹੈ। ਜਿੰਨੀ ਸੇਵਾਵਾਂ ਨੇ, ਚਾਹੇ ਮੰਡੀ 'ਚ ਸਟਾਉਣ ਦੀ, ਉਹਨੂੰ ਮੁੜ ਕੇ ਸਾਫ਼ ਕਰਾਉਣ ਦੀ, ਉਹਨੂੰ ਤਲਾਈ ਕਰਾਉਣ ਦੀ, ਸਾਰਾ ਜਿਹੜਾ ਕੰਮ ਹੈ, ਤੇ ਮੁੜ ਕੇ ਚੈੱਕ ਕਟਾਉਣਾ, ਕਿਸਾਨਾਂ ਤੱਕ ਪੇਮੈਂਟ ਪਹੁੰਚਦੀ ਕਰਨਾ, ਤੇ ਜੇ ਕੋਈ ਬੋਨਸ ਵਗੈਰਾ ਆਉਂਦਾ ਉਹ ਪਹੁੰਚਦਾ ਕਰਨਾ, ਕਿਸਾਨਾਂ ਦੇ ਫਾਰਮ ਭਰਨੇ, ਉਹਨਾਂ ਦੇ ਜੇ ਫਾਰਮ ਕੱਟਣੇ, ਇਹ ਸਾਰਾ ਆੜਤੀ ਦਾ ਕੰਮ ਹੈ। ਇਹ ਉਹਨਾਂ ਨੂੰ ਵਿਚੋਲੀਏ ਦੱਸੀ ਜਾਂਦਾ ਹੈ। ਵੱਡੇ ਵਿਚੋਲੀ ਤਾਂ ਇਹ ਲੈ ਕੇ ਆ ਰਿਹਾ, ਲੁਟੇਰੇ ਜਿਹੜੇ ਅਬਾਨੀ ਤੇ ਅਡਾਨੀ ਨੂੰ ਲੈ ਕੇ ਆ ਰਿਹਾ। ਆੜਤੀ ਤਾਂ ਕਿਸਾਨਾਂ ਦਾ ਇੱਕ 9 ਮਾਸ ਦਾ ਰਿਸ਼ਤਾ ਹੈ। ਅੱਧੀ ਰਾਤ ਉਹਨਾਂ ਨੂੰ ਲੋੜ ਪਵੇ, ਕੋਈ ਮਰੀਜ਼ ਪੈ ਜਾਏ, ਅੱਜ ਕੱਲ੍ਹ ਤੁਹਾਨੂੰ ਪਤਾ ਹੈ ਇਹੋ ਜਿਹੀਆਂ ਬਿਮਾਰੀਆਂ ਚੱਲ ਰਹੀਆਂ, ਹਾਰਟ ਅਟੈਕ ਦੀਆਂ ਚੱਲ ਰਹੀਆਂ ਨੇ, ਕਿਹੜੀ ਬੈਂਕ ਪੈਸਾ ਦੇ ਦੂਗੀ? ਨਹੀਂ, ਇਹ ਤੇ ਮੈਂ ਵੇਖਿਆ ਕਿਸਾਨਾਂ ਨੂੰ, ਜਦੋਂ ਮੈਂ ਗੱਲਬਾਤ ਕਰਦਾ ਉਹ ਅਕਸਰ ਕਹਿੰਦੇ ਆ ਸਾਨੂੰ ਬੈਂਕ ਨਹੀਂ ਪੈਸੇ ਦਿੰਦੀ, ਸਾਨੂੰ ਆੜਤੀ ਦਿੰਦਾ ਜਿੱਦਾਂ ਸਾਡੇ ਨਾਲ ਤਾਲਮੇਲ ਆ। ਕੇਵਲ ਆੜਤੀਏ ਕਿਸਾਨਾਂ ਲਈ ਹੀ ਨਹੀਂ, ਆੜਤੀਆਂ ਦੇ ਥਰੂ ਹੀ ਜਿਹੜਾ 4400 ਕਰੋੜ ਰੁਪਈਆ ਮੰਡੀਕਰਨ ਦਾ ਇਕੱਠਾ ਹੁੰਦਾ ਹੈ, ਉਹਦੇ ਨਾਲ ਪੰਜਾਬ ਦੀ ਡਿਵੈਲਪਮੈਂਟ ਹੁੰਦੀ ਹੈ। ਉਹਨੂੰ ਵੀ ਖਤਮ ਕਰਨਾ ਚਾਹੁੰਦਾ ਹੈ। ਤੇ ਜਿਹੜਾ ਇਹ ਅੰਦੋਲਨ ਹੈ, ਆਪਾਂ ਲੰਬੀ ਗੱਲ ਨਾ ਕਰਦੇ ਹੋਏ, ਦੇਖੋ ਇਹ ਸਾਡੇ ਮੱਧ ਪ੍ਰਦੇਸ਼ ਤੋਂ ਡਾਕਟਰ ਸਾਹਿਬ ਬੈਠੇ ਆ, ਤੁਹਾਡੇ ਨਾਲ ਗੱਲ ਕਰਨਗੇ। ਹੁਣੇ ਸਾਡੇ ਸਰਾ ਹਰਦੀਪ ਸਿੰਘ ਜੀ ਡਿਬਡਵਾ, ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਪਣੇ ਕੋਲ ਪਹੁੰਚੇ ਆ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਠੀਕ ਹੈ। ਇਹ ਵੀ ਤੁਹਾਡੇ ਨਾਲ ਗੱਲ ਕਰਨਗੇ। ਮਤਲਬ ਇਹ ਅੰਦੋਲਨ ਤਾਂ ਜਨ ਸਮੂਹ ਹੈ ਸਾਰੇ ਭਾਰਤ ਦਾ। ਇਹ ਸਾਰੇ ਭਾਰਤ ਦੇ ਜਨ ਸਮੂਹ ਨੂੰ ਜਿਹੜਾ ਅੱਜ ਕੋਈ ਵੱਖਵਾਦੀ, ਕੋਈ ਅੱਤਵਾਦੀ ਕਹਿੰਦਾ ਹੈ, ਮੈਂ ਸਮਝਦਾ ਉਹ ਤੋਂ ਵੱਡਾ ਅੱਤਵਾਦੀ ਤੇ ਵੱਖਵਾਦੀ ਕੋਈ ਹੈ ਉਹ ਨਹੀਂ। ਬਹੁਤ ਸੋਹਣੀ ਗੱਲ ਕੀਤੀ ਜੋਗਾ ਸਿੰਘ ਜੀ ਨੇ। ਹਾਂਜੀ ਡਾਕਟਰ ਸਾਹਿਬ, 2 ਮਿੰਟ ਲੰਬਾ ਹੋ ਗਿਆ ਫਿਰ ਆਪਣਾ। मैं केवल एक बात कह रहा हूँ, इसमें ये जो आंदोलन है, जैसे अभी आप बात कर रहे थे, पंजाब में आड़तियों के ऊपर छापे पड़ रहे हैं, सरकार हर तरह से आंदोलन को बदनाम करना चाह रही है। यहाँ हमारा मेडिकल कैंप है, 200 से 300 मरीज हम रोज़ देखते हैं। कुछ बातें मैं केवल कहना चाहता हूँ। पंजाब के बारे में बाहर जो तस्वीर खींची गई, जैसे हमने देखी, फिल्में भी देखी हैं, लेकिन हमारे कैंप में आज तक एक पिया हुआ सिख नहीं आया है दिन में। हाँ, ये इस मूवमेंट की खूबसूरती है। लाखों लोग हैं, लेकिन एक भी सिख नौजवान शराब पिया हुआ यहाँ पर इलाज कराने नहीं आया। नहीं मिला। ये हम लोग देख रहे हैं, हम लोग आपस में डिस्कस कर रहे हैं ये बात। ये मूवमेंट है। हो सकता है वो पंजाब में कुछ पीते होंगे, दिन में आपको बस में कोई पिया हुआ मिल जाए, लेकिन मूवमेंट में एक हमें भी नहीं मिलता, हमें भी नहीं मिलता। तो मूवमेंट में नहीं, हमारे जगहों पर मिल जाता है, लेकिन यहाँ मूवमेंट में इतने लोग हैं, एक भी पिया हुआ व्यक्ति नहीं मिला। एक बात है। हाँ, ये सिंसियरिटी की बात है। दूसरी बात, यहाँ हम देख रहे हैं एक भी व्यक्ति झगड़ता हुआ नहीं मिलता। कर्नाटक से कुछ लोग आए, वो कह रहे हैं ऐसा लग रहा है यहाँ समाजवाद है, कुछ खरीदना नहीं पड़ रहा, सब मिल रहा है, जिसको जो ज़रूरत है वो ले रहा है। जैसे यहाँ ब्रश और पेस्ट रखें, आप देखिए टेबल पर रखें, जिस आदमी को ब्रश पेस्ट की जरूरत है वो लेकर जा रहा है। और मैंने ये देखा है कोई फालतू भी नहीं लेता। कोई फालतू भी नहीं लेता। हाँ, मैं वही कह रहा हूँ, जी जी, जरूरत वाला आदमी लेकर जा रहा है। तो ये समाजवाद। हमारे पास जब आते हैं रिपोर्टर्स भी, हम कहते हैं ज़्यादा, हम लोग बहुत सारी जगहों पर जहाँ पर बाढ़ होती है, ये सब होता है, कैंप लगाते हैं। जहाँ पर भी लोग ज़्यादा होते हैं, सबसे ज़्यादा आपको डायरिया और डिसेंट्री मिलते हैं। लेकिन यहाँ खाना साफ है, पानी साफ है, और इतनी ठंड में इतने किसान हैं, लेकिन बुखार से कोई किसान नहीं आया, क्योंकि यहाँ सब मिलकर देख रहे हैं कि कोई भी एक भी आदमी लाखों में ऐसा नहीं होगा जो रात में बिना गद्दे कंबल के सो जाएगा। ये खूबसूरती है इस मूवमेंट की, और मोदी जी लाख चाह लें, इस खूबसूरती को कोई नहीं नकार सकता। बहुत बढ़िया बात आपने की। सो इन्हां सज्जनां नाल तुहाडे सज्जनां नूं तुहाडे रूबरू कराया। मैं दलजीत सिंह, कैमरामैन वीर रंजोत दे नाल ਸਿੰਘੂ ਬਾਰਡਰ ਤੋਂ, ਨਗਾਰਾ TV ਕੈਨੇਡਾ ਦੇ ਲਈ।